Hello, dear students. You're welcome in today's session. I hope you are enjoying as a teacher, teaching the students. Really, to teach the students is a matter of great satisfaction. But teaching should be with planning. So we prepare unit plans and lesson plans so that we may achieve desired outcomes. ਪਿਆਰੇ ਸਿੱਖਿਆਰਥੀ ਅਧਿਆਪਕੋ, ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾ ਰਹੇ ਹੋ ਅਤੇ ਪੜ੍ਹਾਉਣ ਦਾ ਜੋ ਆਨੰਦ ਪ੍ਰਾਪਤ ਕਰ ਰਹੇ ਹੋ। ਇਸ ਸਮੇਂ ਦੌਰਾਨ ਜੇ ਅਸੀਂ ਯੋਜਨਾਬੱਧ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਈਏ ਤਾਂ ਉਸ ਦੇ ਨਤੀਜੇ ਵਧੀਆ ਮਿਲਦੇ ਨੇ। ਇਸੇ ਤਹਿਤ ਆਪਾਂ ਲੈਸਨ ਪਲਾਨ ਦੀ ਗੱਲ ਕੀਤੀ ਸੀ ਅਤੇ ਅੱਜ ਆਪਾਂ ਯੂਨਿਟ ਪਲਾਨ ਦੀ ਗੱਲ ਕਰਦੇ ਹਾਂ। ਵੈਸੇ ਯੂਨਿਟ ਕੀ ਹੁੰਦਾ? ਲੈਸਨਸ ਦਾ ਸਮੂਹ, ਚਾਹੇ ਉਹ 2 ਲੈਸਨ ਹੋਣ, 3 ਹੋਣ, 4 ਹੋਣ। ਕਈ ਵਾਰ ਤਾਂ ਟੈਕਸਟ ਬੁੱਕ ਦੇ ਵਿੱਚ ਡਿਵੀਜ਼ਨ ਆਫ ਯੂਨਿਟਸ ਦਿੱਤੀ ਹੁੰਦੀ ਹੈ। ਅਗਰ ਨਹੀਂ ਦਿੱਤੀ ਤਾਂ ਅਸੀਂ ਆਪਣੀ ਸੁਵਿਧਾ ਅਨੁਸਾਰ ਯੂਨਿਟਸ ਬਣਾ ਸਕਦੇ ਹਾਂ ਕਿ ਕਿੰਨੇ ਸਮੇਂ ਵਿੱਚ ਆਪਾਂ ਕਿੰਨੇ ਲੈਸਨਸ ਕੰਪਲੀਟ ਕਰਨੇ ਨੇ। ਇਸ ਨੂੰ ਲਿਖਣ ਦੇ ਜਾਂ ਕਰਨ ਦੇ, ਪਲੈਨਿੰਗ ਕਰਨ ਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ। ਆਓ ਦੇਖਦੇ ਹਾਂ ਅੱਜ ਆਪਾਂ ਇੱਕ ਤਰੀਕਾ ਕਿ ਕਿਸ ਤਰ੍ਹਾਂ ਯੂਨਿਟ ਪਲਾਨ ਆਪਾਂ ਡਿਜ਼ਾਈਨ ਕਰ ਸਕਦੇ ਹਾਂ। ਤਾਂ ਤੁਸੀਂ ਵੇਖ ਰਹੇ ਹੋ ਕਲਾਸ 5th ਇੰਗਲਿਸ਼ ਸਬਜੈਕਟ ਬਾਰੇ ਗੱਲ ਮੈਂ ਕਰ ਰਹੀ ਹਾਂ। ਛੋਟੀ ਜਿਹੀ ਯੂਨਿਟ ਆਪਾਂ ਲਈ ਹੈ ਜਿਹਦੇ ਵਿੱਚ 2 ਲੈਸਨਸ ਨੇ, ਪੀਰੀਅਡ 6 ਯਾਨੀ ਕਿ ਪਰ ਲੈਸਨ 3 ਪੀਰੀਅਡਸ। ਇਹ ਵੀ ਹੋ ਸਕਦਾ ਕਿ ਇੱਕ ਲੈਸਨ ਵੱਡਾ ਹੋਵੇ ਤਾਂ ਇੱਕ ਨੂੰ 4 ਪੀਰੀਅਡ ਲੱਗ ਜਾਂਦੇ, ਦੂਸਰਾ ਛੋਟਾ ਹੋਵੇ ਤਾਂ 2 ਪੀਰੀਅਡਸ। ਉਹ ਤੁਸੀਂ ਵੇਖਣਾ ਲੈਸਨਸ ਦੇ ਹਿਸਾਬ ਨਾਲ ਜਦੋਂ ਆਪਾਂ ਪਲਾਨ ਕਰਦੇ ਹਾਂ। ਕੀ ਹੈ ਯੂਨਿਟ ਦੇ ਵਿੱਚ ਕੰਟੈਂਟ ਕੀ ਹੈ? ਇਟ ਕੰਟੇਨਸ 2 ਲੈਸਨਸ, ਫਲਾਇੰਗ ਸਿੱਖ ਮਿਲਖਾ ਸਿੰਘ ਐਂਡ ਸੈਕਿੰਡ ਰਾਜਾ ਬੀਰਬਲ। ਤੇ ਇਟ ਵਿਲ ਬੀ ਕੰਪਲੀਟਡ ਇਨ 6 ਪੀਰੀਅਡਸ। ਵੀ ਹੈਵ ਆਲਰੇਡੀ ਡਿਸਕਸਡ। ਹਾਂਜੀ, ਤਾਂ ਇਹ ਆਪਾਂ 2 ਲੈਸਨਸ ਦੀ ਯੂਨਿਟ ਅਜ਼ਿਊਮ ਕੀਤੀ ਹੈ ਅਤੇ 6 ਪੀਰੀਅਡਸ ਦੇ ਵਿੱਚ ਆਪਾਂ ਇਸ ਨੂੰ ਬੱਚਿਆਂ ਨੂੰ ਸਮਝਾਵਾਂਗੇ ਜਾਂ ਸਾਰਾ ਕੰਮ ਆਪਾਂ ਕਰਾਂਗੇ। ਹਾਂਜੀ, ਕਲੀਅਰ? ਅੱਗੇ ਚੱਲੀਏ। ਤਾਂ ਆਬਜੈਕਟਿਵਸ ਕੀ ਨੇ? ਹਰ ਚੀਜ਼ ਨੂੰ ਪਲਾਨ ਕਰਨ ਦੇ ਆਪਣੇ ਕੁਝ ਉਦੇਸ਼ ਹੁੰਦੇ ਨੇ, ਕੁਝ ਲੌਂਗ ਟਰਮ, ਕੁਝ ਸ਼ਾਰਟ ਟਰਮ, ਕੁਝ ਜਨਰਲ, ਕੁਝ ਸਪੈਸੀਫਿਕ। ਮੈਂ ਤੁਹਾਡੇ ਲਈ ਇਸ ਯੂਨਿਟ ਦੇ ਕੁਝ ਆਬਜੈਕਟਿਵਸ ਲਿਖੇ ਨੇ। ਜ਼ਰੂਰੀ ਨਹੀਂ ਕਿ ਇਹੀ ਜੋ ਤੁਸੀਂ ਸੋਚਦੇ ਹੋ, ਕਿਉਂਕਿ ਸਬਜੈਕਟ ਦੇ ਅਕੋਰਡਿੰਗ ਵੀ ਆਬਜੈਕਟਿਵਸ ਬਦਲੇ ਜਾਣਗੇ ਔਰ ਤੁਹਾਡੇ ਪੜ੍ਹਾਉਣ ਦੇ ਅਕੋਰਡਿੰਗ ਵੀ ਹੋ ਸਕਦਾ ਤੁਸੀਂ ਕਿਸ ਤਰ੍ਹਾਂ ਦਾ ਮੈਥਡ, ਕਿਸ ਚੀਜ਼ ਨੂੰ ਯੂਜ਼ ਕਰਦੇ ਹੋ ਕਿ ਤੁਹਾਡੇ ਆਬਜੈਕਟਿਵ ਚੇਂਜ ਹੋ ਜਾਣ। ਤਾਂ ਮੈਂ ਜਨਰਲ ਜਿਹੇ ਆਬਜੈਕਟਿਵ ਤੁਹਾਡੇ ਸਾਹਮਣੇ ਜੋ ਲਏ ਨੇ, ਟੈਕਸਟ ਜਾਂ ਸਟੋਰੀ ਨੂੰ ਬੱਚਿਆਂ ਨੂੰ ਪੜ੍ਹਾਉਣਾ, ਟੂ ਡਿਵੈਲਪ ਲਿਸਨਿੰਗ ਸਕਿੱਲ, ਉਹ ਸੁਣ ਸਕਣ, ਹੈਬਿਟ ਆਫ ਰੀਡਿੰਗ ਡਿਵੈਲਪ ਕਰਨਾ, ਉਹਨਾਂ ਦੀ ਵੋਕੈਬ ਨੂੰ ਇਨਹੈਂਸ ਕਰਨਾ ਤਾਂ ਕਿ ਉਹ ਨਵੇਂ ਵਰਡ ਸਿੱਖ ਸਕਣ, ਐਕਸਪ੍ਰੈਸ ਕਰ ਸਕਣ ਆਪਣੇ ਵਿਊਜ਼, ਚਾਹੇ ਪ੍ਰੋਪਰ ਸੈਂਟੈਂਸਸ ਨਾ ਵੀ ਬਣਾ ਸਕਣ ਪਰ ਆਪਣੀ ਗੱਲ ਨੂੰ ਕਹਿ ਸਕਣ। ਲੈਂਗੁਏਜ ਆਪਣੀ ਇੱਥੇ ਇੰਗਲਿਸ਼ ਹੈ, ਠੀਕ ਹੈ, ਪੰਜਾਬੀ ਵੀ ਯੂਜ਼ ਕਰਨਗੇ ਉਹ, ਬਟ ਟਰਾਈ ਕਿ ਉਹ ਇੰਗਲਿਸ਼ ਵਿੱਚ ਕਰ ਸਕਣ। ਕੰਪਰੀਹੈਂਸਿਵ ਸਕਿੱਲ, ਕਿਉਂਕਿ ਜਦੋਂ ਤੱਕ ਅਸੀਂ ਰੀਡ ਕਰਕੇ ਕਿਸੇ ਚੀਜ਼ ਨੂੰ ਕੰਪਰੀਹੈਂਡ ਨਹੀਂ ਕਰਦੇ ਤਾਂ ਸਾਡੇ ਦਿਮਾਗ ਦੇ ਵਿੱਚ ਉਹ ਕੰਸੈਪਟ ਜਿਹੜਾ ਉਹ ਸਮਝ ਸਾਡੇ ਨਹੀਂ ਬੈਠਦਾ। ਇਸ ਲਈ ਕੰਪਰੀਹੈਂਸਿਵ ਸਕਿੱਲ। ਹੋਰ ਵੀ ਬਹੁਤ ਸਾਰੇ ਆਬਜੈਕਟਿਵਸ ਹੋ ਸਕਦੇ ਨੇ ਔਰ ਮੇ ਬੀ ਚੇਂਜਡ, ਮੈਂ ਪਹਿਲਾਂ ਹੀ ਦੱਸ ਦਿੱਤਾ ਤੁਹਾਨੂੰ। ਹੁਣ ਚੱਲਦੇ ਹਾਂ ਪ੍ਰੈਜੈਂਟੇਸ਼ਨ ਵੱਲ ਕਿ ਪ੍ਰੈਜੈਂਟ ਕਿਵੇਂ ਕਰਾਂਗੇ ਯੂਨਿਟ ਸਟੈਪ ਬਾਏ ਸਟੈਪ, ਕਿਉਂਕਿ 6 ਪੀਰੀਅਡਸ ਦਾ ਆਪਾਂ ਟਾਈਮ ਲਿਆ। 1 ਬਾਏ 1 ਲੈਸਨ, ਫਸਟ ਲੈਸਨ, ਫਿਰ ਸੈਕਿੰਡ ਲੈਸਨ। ਤਾਂ ਮੈਥਡਸ ਕਿਹੜੇ ਯੂਜ਼ ਕਰਾਂਗੇ? ਵੇਰੀਅਸ ਹੋ ਸਕਦੇ ਨੇ, ਇਹ ਜ਼ਰੂਰੀ ਨਹੀਂ ਜੋ ਮੈਂ ਲਿਖਿਆ ਤਾਂ ਜਸਟ ਐਨ ਐਗਜ਼ਾਮਪਲ ਹੈ। ਸਟੋਰੀ ਟੈਲਿੰਗ ਮੈਥਡ ਹੋ ਸਕਦਾ, ਪਿਕਚਰ ਸ਼ੋਅ ਕਰਨਾ, ਚਾਰਟਸ ਬਣਾ ਸਕਦੇ ਹੋ, ਫਲੈਸ਼ ਕਾਰਡਸ ਲੈ ਸਕਦੇ ਹੋ, ਬਲੈਕਬੋਰਡ ਦਾ ਯੂਜ਼ ਕਰਦੇ ਹੋ, ਇੰਟਰੈਕਟਿਵ ਸੈਸ਼ਨ ਰੱਖੋਗੇ। ਈਵਨ ਯੂ ਕੈਨ ਯੂਜ਼ ਮਲਟੀਮੀਡੀਆ, ਪ੍ਰੋਜੈਕਟਰ ਵਗੈਰਾ ਦੀ ਮਦਦ ਅੱਜ ਕੱਲ੍ਹ ਆਮ ਹੀ ਲਈ ਜਾਂਦੀ ਹੈ, ਯੂ ਕੈਨ ਯੂਜ਼। ਉਸ ਤੋਂ ਬਾਅਦ ਇਵੈਲੂਏਸ਼ਨ ਕਰਾਂਗੇ ਆਪਾਂ ਕਿ ਡਿਜ਼ਾਇਰਸ ਆਊਟਕਮਸ ਆਏ ਕਿ ਨਹੀਂ, ਨਤੀਜੇ ਮਿਲੇ ਕਿ ਨਾ, ਕਿਵੇਂ MCQs ਦੇ ਫਾਰਮ 'ਚ ਲੈ ਸਕਦੇ ਹਾਂ, ਫਿਲ ਇਨ ਦਾ ਬਲੈਂਕਸ, ਸ਼ਾਰਟ ਕੁਐਸਚਨਸ ਬੋਲ ਸਕਦੇ ਹੋ, ਕੋਈ ਪਿਕਚਰ ਦੇ ਵਿੱਚ ਫਿਲ ਕਰਨ ਨੂੰ ਕਹਿ ਸਕਦੇ ਹਾਂ, ਕੋਈ ਚੀਜ਼ ਗੈਪ ਫਿਲਿੰਗ ਹੋ ਸਕਦਾ। ਬਹੁਤ ਸਾਰੇ ਤਰੀਕੇ ਹੋ ਸਕਦੇ ਨੇ ਇਵੈਲੂਏਟ ਕਰਨ ਦੇ। ਅਤੇ ਇਵੈਲੂਏਸ਼ਨ ਤੋਂ ਬਾਅਦ ਅਸੀਂ ਅਸਾਈਨਮੈਂਟ ਦਿੰਦੇ ਹਾਂ ਬੱਚਿਆਂ ਨੂੰ ਤਾਂ ਕਿ ਸਾਡੀ ਜਿਹੜੇ ਕਮੀ ਰਹਿ ਗਈ ਉਹ ਪੂਰੀ ਹੋ ਜਾਏ। ਤਾਂ ਹੁਣ ਇਸ ਨੂੰ ਲਿਖਣ ਦਾ ਜੋ ਵੇ ਹੈ, ਇੱਕ ਢੰਗ, ਇਹਦੇ ਬਹੁਤ ਸਾਰੇ ਢੰਗ ਨੇ। ਤੁਹਾਨੂੰ ਮੈਂ ਬਾਰ-ਬਾਰ ਕਹਿ ਰਹੀ ਕਿ ਇੱਕੋ ਹੀ ਤਰੀਕਾ ਨਹੀਂ ਹੁੰਦਾ ਲਿਖਣ ਦਾ। ਇਹ ਤਾਂ ਜਸਟ ਤੁਹਾਨੂੰ ਇੱਕ ਸੈਂਪਲ ਦਿੱਤਾ ਜਾ ਰਿਹਾ ਕਿ ਇਸ ਤਰੀਕੇ ਨਾਲ ਵੀ ਲਿਖਿਆ ਜਾ ਸਕਦਾ ਹੈ। ਹਾਂਜੀ, ਸਟੈਪ ਵਾਈਜ਼ ਪ੍ਰੈਜੈਂਟੇਸ਼ਨ, ਕਿਉਂਕਿ ਆਪਾਂ 3 ਪੀਰੀਅਡਸ ਦੇ ਵਿੱਚ ਇੱਕ ਚੈਪਟਰ ਕੰਪਲੀਟ ਕਰਨਾ
ਤਾਂ ਇਹਦੇ ਵਿੱਚ ਆਪਾਂ ਕੀ ਲੈਂਦੇ ਆ, ਜਿਹੜੇ ਉੱਪਰ ਮੈਂ ਪੁਆਇੰਟਸ ਲਿਖੇ ਇਹ ਵੀ ਵੇਰੀ ਹੋ ਸਕਦੇ ਨੇ, ਹੋਰ ਕੁਝ ਵੀ ਲਿਖਿਆ ਜਾ ਸਕਦਾ, ਇਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲਿਖਿਆ ਜਾ ਸਕਦਾ ਸਭ ਕੁਝ, ਪਰ ਆਪਾਂ ਇਸ ਸੈਂਪਲ ਦੇ ਵਿੱਚ ਦੇਖਦੇ ਹਾਂ ਕਿ ਟੀਚਿੰਗ ਪੁਆਇੰਟ ਫੋਕਸ ਕੀ ਹੈ ਸਾਡਾ। ਪੀਪਲ ਟੀਚਰਸ ਐਕਟੀਵਿਟੀ, ਤੁਸੀਂ ਐਜ਼ ਪਰ ਟੀਚਰ ਕੀ ਕਰੋਗੇ, ਪਿਊਪਲਸ ਐਕਟੀਵਿਟੀ ਵਿਦਿਆਰਥੀ ਕੀ ਕਰਨਗੇ, ਬਲੈਕਬੋਰਡ ਰਾਈਟਿੰਗ ਜਾਂ ਅਦਰ TLM ਕੁਝ ਵੀ ਤੁਸੀਂ ਲੈ ਰਹੇ ਹੋ ਉਹਦੇ ਬਾਰੇ ਇੱਥੇ ਐਕਸਪਲੇਨ ਕਰ ਸਕਦੇ ਹੋ। ਮੇਨ ਪੁਆਇੰਟਸ ਤੁਸੀਂ ਬੇਬੀ ਰਾਈਟਿੰਗ ਵਿੱਚ ਲੈਣੇ ਨੇ। ਤਾਂ ਪੀਰੀਅਡ ਫਸਟ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਦੇਣੀ ਹੈ ਲੈਸਨ ਦੀ, ਜਿਸ ਤਰ੍ਹਾਂ ਪਹਿਲਾਂ ਪ੍ਰੀਵੀਅਸ ਨੌਲੇਜ ਟੈਸਟਿੰਗ ਦੇ ਰੂਪ ਵਿੱਚ ਵੀ ਹੋ ਸਕਦਾ ਹੈ। ਲੈਸਨ ਦਾ ਨਾਮ ਮੈਂ ਲਿਖਤਾ ਦ ਫਲਾਇੰਗ ਸਿੱਖ ਮਿਲਖਾ ਸਿੰਘ। ਤਾਂ ਸਭ ਤੋਂ ਪਹਿਲਾਂ ਪੀਪਲ ਟੀਚਰ ਕੀ ਕਰੇਗਾ, ਸ਼ੋਜ਼ ਅ ਪਿਕਚਰ ਔਰ ਅ ਚਾਰਟ ਆਫ ਡਿਫਰੈਂਟ ਗੇਮਸ ਐਂਡ ਪਲੇਅਰਸ। ਇੱਕ ਚਾਰਟ ਲੈਂਦਾ ਜਾਂ ਕੋਈ ਪਿਕਚਰ ਜਾਂ ਜੋ ਵੀ ਤੁਹਾਡੇ ਕੋਲ ਅਵੇਲੇਬਿਲਿਟੀ ਹੈਗੀ, ਮੋਬਾਈਲ ਦੀ ਮਦਦ ਨਾਲ, ਪ੍ਰੋਜੈਕਟਰ ਦੀ ਮਦਦ ਨਾਲ, TV ਸਕਰੀਨ ਤੇ ਤੁਸੀਂ ਜੋ ਵੀ ਗੇਮਸ ਦੀਆਂ ਪਿਕਸ ਦਿਖਾ ਸਕਦੇ ਹੋ ਐਂਡ ਪਲੇਅਰਸ ਦੀਆਂ, ਤੇ ਉਹਦੇ ਵਿੱਚੋਂ ਬੱਚਿਆਂ ਨੂੰ ਗੈਸ ਕਰਨ ਲਈ ਕਹਿ ਸਕਦੇ ਹੋ। ਇਹ ਤੁਹਾਡੀ ਫਸਟ ਐਕਟੀਵਿਟੀ ਹੋ ਕੇ ਆਪਾਂ ਪੁੱਛਾਂਗੇ ਬੇਟਾ ਤੁਸੀਂ ਪਲੇ ਕਰਨਾ ਪਸੰਦ ਕਰਦੇ ਹੋ, ਨੈਚੁਰਲੀ ਬੱਚਿਆਂ ਦਾ ਆਨਸਰ ਹੋਏਗਾ ਕਿ ਯੈਸ, ਕਿਹੜੀ ਗੇਮ ਖੇਡਦੇ, ਅਲੱਗ-ਅਲੱਗ ਬੱਚੇ ਅਲੱਗ-ਅਲੱਗ ਗੇਮਸ ਖੇਡਦੇ ਨੇ। ਉਸ ਤੋਂ ਬਾਅਦ ਅਸੀਂ ਕੰਟੀਨਿਊ ਕਰ ਸਕਦੇ ਹਾਂ, ਉਹਨਾਂ ਨੂੰ ਲੈਸਨ ਦੇ ਨਾਲ ਜੋੜਨਾ ਹੈ ਪਹਿਲਾਂ ਅਸੀਂ। ਤਾਂ ਬੱਚੇ ਕੀ ਕਰਦੇ, ਬੱਚਿਆਂ ਦੀ ਐਕਟੀਵਿਟੀ ਵਾਚ ਕਰਨਗੇ ਤੁਹਾਨੂੰ, ਜਾਂ ਕੋਈ ਵੀ ਸਕਰੀਨ ਤੁਸੀਂ ਦਿਖਾ ਰਹੇ ਹੋ ਲਿਸਨ ਕਰਨਗੇ, ਤੇ ਉਸ ਤੋਂ ਬਾਅਦ ਗੈਸ ਕਰਨਗੇ ਗੇਮ ਮੈਮ ਮੈਂ ਕ੍ਰਿਕਟ ਜਾਂ ਸਰ ਇਹ ਕ੍ਰਿਕਟ ਦੀ ਪਿਕ ਹੈ ਜੀ, ਕ੍ਰਿਕਟ ਖੇਲੀ ਜਾਂਦੇ ਆ ਬੱਚੇ, ਇੱਥੇ ਜੀ ਦੌੜਾਂ ਲਗਾਏ ਜਾਂਦੇ ਨੇ, ਇਹ ਵੀ ਐਨੀ ਅਦਰ ਆਨਸਰ। ਤੁਸੀਂ ਬਲੈਕਬੋਰਡ 'ਤੇ ਕੀ ਲਿਖੋਗੇ, ਜਿਹੜੀਆਂ ਗੇਮਸ ਦੇ ਤੁਸੀਂ ਪਿਕਸ ਲੈ ਰਹੇ ਹੋ ਉਹਨਾਂ 'ਚੋਂ 2-3 ਲਿਖ ਦਿਓ, ਤੇ ਪਲੇਅਰਸ ਜਿਹੜੇ ਮੇਨ ਲੈ ਰਹੇ ਹੋ। ਹਾਂਜੀ, ਕਲੀਅਰ ਹੈ। ਨੈਕਸਟ ਇਹ ਆਪਾਂ ਪੀਰੀਅਡ 1 ਦੇ ਵਿੱਚ ਮਤਲਬ ਉਹਨਾਂ ਨੂੰ ਕਾਫੀ ਕੁਝ ਦੱਸ ਦਿੱਤਾ। ਪੀਰੀਅਡ 2 ਦੇ ਵਿੱਚ ਆਪਾਂ ਰੀਡਿੰਗ ਦਾ ਸਟੋਰੀ ਕਰਾਂਗੇ, ਫੋਕਸ ਰੱਖਾਂਗੇ ਮੇਨ ਪੁਆਇੰਟਸ 'ਤੇ, ਕਿਉਂਕਿ ਬੱਚੇ ਛੋਟੇ ਨੇ, ਜ਼ਿਆਦਾ ਇਲੈਬੋਰੇਟ ਫਾਰਮ 'ਚ ਜਾਓਗੇ ਤਾਂ ਕਈ ਵਾਰ ਉਹ ਨਹੀਂ ਸਮਝ ਪਾਉਂਦੇ। ਤੁਸੀਂ ਉਹਨਾਂ ਪੁਆਇੰਟਸ 'ਤੇ ਫੋਕਸ ਕਰਨਾ ਜਿਹੜੇ ਜ਼ਿਆਦਾ ਜ਼ਰੂਰੀ ਨੇ। ਪੀਪਲ ਟੀਚਰਸ ਐਕਟੀਵਿਟੀ ਕੀ ਹੋਗੀ, ਇੱਥੇ ਸਟੋਰੀ ਰੀਡ ਕਰੇਗਾ, ਉਹਨਾਂ ਨੂੰ ਇੰਪੋਰਟੈਂਟ ਡੇਜ਼ ਐਂਡ ਇਵੈਂਟਸ ਬਾਰੇ ਦੱਸੇਗਾ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇੰਟਰੈਕਸ਼ਨ ਲਈ ਸਮਾਂ ਦੇਵੇਗਾ। ਬੱਚੇ ਲਿਸਨ ਕਰਨਗੇ ਐਂਡ ਇੰਟਰੈਕਟਿਵ ਸੈਸ਼ਨ ਦੇ ਵਿੱਚ ਭਾਗ ਲੈਣਗੇ। ਬਲੈਕਬੋਰਡ 'ਤੇ ਕੀ ਲਿਖ ਸਕਦੇ ਹੋ, ਵੈਸੇ ਤਾਂ ਕਲੀਅਰ ਹੀ ਹੁੰਦਾ ਕਿ ਟਾਈਟਲ ਲਿਖਤਾ ਆਪਾਂ, ਮਿਲਖਾ ਸਿੰਘ ਕੌਣ ਸੀ, ਆ ਫੇਮਸ ਐਥਲੀਟ, ਕੀ ਨਾਮ ਨਾਲ ਜਾਣਿਆ ਜਾਂਦਾ ਸੀ ਉਸਨੂੰ, ਐਜ਼ ਅ ਫਲਾਇੰਗ ਸਿੱਖ। ਦ ਫਲਾਇੰਗ ਸਿੱਖ ਕਿੱਥੇ ਉਹਦਾ ਜਨਮ ਹੋਇਆ ਸੀ, ਪੰਜਾਬ ਦੇ ਵਿੱਚ, ਜਿਹੜਾ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਕਿਉਂਕਿ ਉਦੋਂ ਅਨਡਿਵਾਈਡਡ ਪੰਜਾਬ ਸੀ, ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਹੈ। ਇਹ ਬੱਚਿਆਂ ਨੂੰ ਸਮਝਾਇਆ ਜਾ ਸਕਦਾ ਕਿ 1947 ਤੋਂ ਪਹਿਲਾਂ। ਥਰਡ ਪੀਰੀਅਡ ਦੇ ਵਿੱਚ ਆਪਾਂ ਤੁਸੀਂ ਆਪਣੇ ਤਰੀਕੇ ਨਾਲ, ਅਗਰ ਤੁਹਾਡੀ ਸਟੋਰੀ ਇਨਕੰਪਲੀਟ ਰਹਿੰਦੀ ਹੈ ਉਹ ਵੀ ਪੂਰੀ ਕਰ ਸਕਦੇ ਹੋ, ਅਗਰ ਕੁਝ ਹੋਰ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਐਕਸਰਸਾਈਜ਼, ਇਵੈਲੂਏਸ਼ਨ, ਅਸਾਈਨਮੈਂਟ ਇਸ ਪੀਰੀਅਡ ਦੇ ਵਿੱਚ ਆ ਜਾਊਗੀ। ਰੀਕੈਪਚੁਲੇਟ ਕਰੋਗੇ ਪਹਿਲਾਂ ਮੇਨ ਪੁਆਇੰਟਸ ਨੂੰ, ਬੱਚਿਆਂ ਤੋਂ ਪੁੱਛੋਗੇ, ਖੁਦ ਦੱਸੋਗੇ, ਫਿਰ ਕੁਐਸਚਨਸ ਆਸਕ ਕਰੋਗੇ, ਚਾਹੇ ਉਹ MCQ ਰੂਪ ਲੈ ਸਕਦੇ ਹੋ, ਫਿਲ ਇਨ ਦਾ ਬਲੈਂਕ ਲੈ ਸਕਦੇ ਹੋ, ਕੁਝ ਵੀ ਹੋਰ ਐਨੀ ਅਦਰ ਮੈਥਡ, ਕੋਈ ਪਿਕ ਦਿਖਾ ਕੇ ਦੁਬਾਰਾ ਪੁੱਛ ਸਕਦੇ ਹੋ, ਮਿਲਖਾ ਸਿੰਘ ਦੀ ਪਿਕ ਦਿਖਾ ਕੇ ਕੌਣ ਹੈ, ਕੀ ਕਰ ਰਹੇ ਹੈ, ਕਿਹੜੀ ਗੇਮਸ ਦੇ ਵਿੱਚ ਉਸਨੇ ਮੈਡਲ ਜਿੱਤਿਆ। ਤਾਂ ਐਵੈਲੂਏਸ਼ਨ ਕਰੋਗੇ ਕਿ ਤੁਸੀਂ ਡਿਜ਼ਾਇਰ ਜਿਹੜੇ ਰਿਜ਼ਲਟ ਹੈ ਉਹ ਪ੍ਰਾਪਤ ਹੋ ਗਏ ਤੁਹਾਨੂੰ, ਅਤੇ ਬੱਚਿਆਂ ਨੂੰ ਹਲਕਾ ਜਿਹਾ ਹੋਮਵਰਕ ਦਿਓਗੇ ਜੋ ਈਜ਼ੀਲੀ ਉਹਨਾਂ ਦੀ ਏਜ ਐਪਰੋਪ੍ਰੀਏਟ ਹੋਵੇ ਅਤੇ ਉਹ ਕਰ ਸਕਣ। ਬੱਚੇ ਕੀ ਕਰਨਗੇ, ਇੱਥੇ ਲਿਸਨ ਕਰਨਗੇ ਪਹਿਲਾਂ ਤੁਹਾਡੀ ਗੱਲ, ਫਿਰ ਆਨਸਰ ਦੇਣਗੇ ਤੁਹਾਡੇ ਕੁਐਸਚਨਸ ਦਾ। ਅਤੇ ਕੁਐਸਚਨਸ ਕਿਸ ਤਰ੍ਹਾਂ ਫਾਰਮ ਕੀਤੇ ਜਾ ਸਕਦੇ ਨੇ, ਜਸਟ ਫॉर ਐਗਜ਼ਾਮਪਲ ਮੈਂ ਲਿਆ ਜੀ, ਹੂ ਇਜ਼ ਮਿਲਖਾ ਸਿੰਘ, ਕੌਣ ਹੈ, ਤਾਂ ਬੱਚੇ ਬੜੀ ਈਜ਼ੀਲੀ, ਅਗਰ ਸਟੋਰੀ ਉਹਨਾਂ ਨੂੰ ਪ੍ਰੋਪਰ ਸਮਝ ਆ ਗਈ ਤਾਂ ਬੜੀ ਈਜ਼ੀਲੀ ਆਨਸਰ ਕਰਨਗੇ। ਹੀ ਇਜ਼ ਨੋਨ ਐਜ਼ ਫਿਲ ਇਨ ਦਾ ਬਲੈਂਕਸ ਟਾਈਪ ਹੋ ਗਿਆ, ਤਾਂ ਉਹ ਦੱਸਣਗੇ ਫਲਾਇੰਗ ਸਿੱਖ, ਕਿਉਂਕਿ ਚੈਪਟਰ ਦਾ ਨਾਮ ਹੀ ਹੈ। ਵੇਅਰ ਵਾਜ਼ ਹੀ ਬੋਰਨ, ਕਿੱਥੇ, ਆਪਾਂ ਇਹ ਵੀ ਮੇਨ ਪੁਆਇੰਟਸ ਬੇਬੀ ਰਾਈਟਿੰਗ 'ਚ ਲਿਖਿਆ ਸੀ ਕਿ ਪੰਜਾਬ ਜਿਹੜਾ ਪਾਕਿਸਤਾਨ ਸੀ। ਇਸ ਤਰ੍ਹਾਂ ਹੀ ਮੈਂ 1 2 3 ਕੁਐਸਚਨ ਲਿਖੇ ਹਨ, ਦੇਰ ਆਰ ਸੋ ਮੈਨੀ ਕੁਐਸਚਨਸ ਆਪਾਂ ਜਿਹੜੇ ਡਿਜ਼ਾਈਨ ਕਰ ਸਕਦੇ ਹਾਂ। ਮੇਨ ਪੁਆਇੰਟਸ ਐਕਸਰਸਾਈਜ਼ ਦੇ ਅਕੋਰਡਿੰਗ ਵੀ ਉਹਨਾਂ ਨੂੰ ਮੋਲਡ ਕਰ ਸਕਦੇ ਹਾਂ, ਤੁਸੀਂ ਜਿਵੇਂ ਨੌਲੇਜ ਦੇਣਾ ਚਾਹੁੰਦੇ ਹੋ, ਪਰ ਇਹ ਜ਼ਰੂਰ ਧਿਆਨ ਰੱਖਣਾ ਉਹਨਾਂ ਦੀ ਏਜ ਅਤੇ ਉਹਨਾਂ ਦਾ ਮੈਂਟਲ ਲੈਵਲ, ਕਿ ਉਹਨਾਂ ਨੂੰ ਆਸਾਨੀ ਨਾਲ ਸਮਝ ਆ ਜਾਏ, ਉਹਨਾਂ ਨੂੰ ਫੈਕਚੁਅਲ ਨੌਲੇਜ ਦੇ ਨਾਲ ਭਰਨਾ ਨਹੀਂ ਹੈ, ਉਹਨਾਂ ਨੂੰ ਹੌਲੀ ਹੌਲੀ ਤਿਆਰ ਕਰਨਾ, ਅਤੇ ਉਹ ਤਾਂ ਕਿ ਉਹ ਉਸ ਨਾਲ ਜੁੜ ਜਾਣ, ਪਲੇਅਰ ਨਾਲ, ਐਥਲੀਟ ਨਾਲ, ਮਿਲਖਾ ਸਿੰਘ ਬਾਰੇ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਹੋ ਜਾਏ, ਅਤੇ ਇਨੇਬਲ ਕਰ ਸਕੋ, ਮਤਲਬ ਉਹਨਾਂ ਨੂੰ ਯੋਗ ਬਣਾ ਸਕੋ ਕਿ ਭਵਿੱਖ ਦੇ ਵਿੱਚ ਉਹ ਮਿਲਖਾ ਸਿੰਘ ਬਾਰੇ ਘੱਟੋ ਘੱਟ ਇੰਨੀ ਕੁ ਜਾਣਕਾਰੀ ਰੱਖਦੇ ਹੋਣ ਕਿ ਉਹ ਕੌਣ ਹੈ, ਕੀ ਕੀਤਾ ਉਸਨੇ, ਮੈਡਲ ਵਗੈਰਾ ਜਿੱਤਿਆ, ਜਿਸ ਤਰ੍ਹਾਂ ਦਾ ਪਤਾ ਲੱਗ ਸਕੇ ਉਹਨਾਂ ਨੂੰ। ਤਾਂ ਸਾਡਾ ਡਿਜ਼ਾਇਰ ਜਿਹੜਾ ਸਾਡੀ ਆਊਟਕਮ ਹੈ ਉਹ ਮਿਲ ਜਾਂਦੀ ਹੈ ਸਾਨੂੰ। ਤਾਂ ਮੈਂ ਤੁਹਾਨੂੰ 3 ਪੀਰੀਅਡਸ ਦੀ ਇੱਕ ਸੈਂਪਲ ਲੈ ਕੇ ਦਿਖਾ ਦਿੱਤਾ, ਅਤੇ ਉਸ ਤੋਂ ਬਾਅਦ ਪੀਰੀਅਡ 4 5 6 ਲਈ ਤੁਸੀਂ ਨੈਕਸਟ ਸਟੋਰੀ ਲਓਗੇ ਰਾਜਾ ਬੀਰਬਲ। ਮੈਂ ਆਲਰੇਡੀ ਦੱਸਿਆ ਕਿ ਜ਼ਰੂਰੀ ਨਹੀਂ ਕਿ 3 ਪੀਰੀਅਡ ਹੀ ਲੈਣੇ ਨੇ। ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਇੱਕ ਸਟੋਰੀ ਵੱਡੀ ਇੱਕ ਛੋਟੀ ਹੈ ਤਾਂ ਉਹਨਾਂ ਨੂੰ 4+2 2+4 ਜੋ ਵੀ
ਮੈਥਡ ਦੇ ਨਾਲ ਤੁਸੀਂ ਉਸ ਨੂੰ ਕਰ ਸਕਦੇ ਹੋ, ਯੂਨਿਟਸ ਪਲਾਨ ਕਰ ਸਕਦੇ ਹੋ, ਯੂਨਿਟ ਪਲਾਨ ਕਰ ਸਕਦੇ ਹੋ। ਤਾਂ ਯੂਨਿਟ ਕੀ ਹੈ? ਲੈਸਨਸ, ਵੱਖ-ਵੱਖ ਲੈਸਨਸ ਦੀ ਇੱਕ ਤਰ੍ਹਾਂ ਦੇ ਲੈਸਨ ਪਲਾਨ ਹੀ ਹੈ ਜੋ ਕਿ ਯੂਨਿਟ ਦੇ ਅਨੁਸਾਰ ਡਿਵਾਈਸ ਕੀਤੀ ਜਾਂਦੀ ਹੈ, ਪੀਰੀਅਡ ਵਾਈਜ਼ ਡਿਵਾਈਸ ਕੀਤੀ ਜਾਂਦੀ ਹੈ, ਡੇ ਵਾਈਜ਼ ਡਿਵਾਈਸ ਕੀਤੀ ਜਾਂਦੀ ਹੈ। ਤਾਂ ਪਿਆਰੇ ਸਿੱਖਿਆਰਥੀ ਅਧਿਆਪਕੋ, ਮੈਨੂੰ ਆਸ ਹੈ ਕਿ ਇਹ ਜੋ ਯੂਨਿਟ ਪਲਾਨ ਬਾਰੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਵਿੱਚ ਮੈਂ ਸਫਲ ਹੋਈ ਹੋਊਂਗੀ ਕਿ ਤੁਹਾਡਾ ਜਿਹੜਾ ਕੋਈ ਕਨਫਿਊਜ਼ਨ ਹੈ, ਡਾਊਟ ਹੈ, ਉਹ ਕਲੀਅਰ ਹੋ ਗਿਆ ਹੋਊਗਾ। ਅਤੇ ਫਿਰ ਵੀ ਅਗਰ ਤੁਸੀਂ ਕੋਈ ਡਾਊਟ ਪੁੱਛਣਾ ਚਾਹੁੰਦੇ ਹੋ ਤਾਂ ਯੂ ਕੈਨ ਆਸਕ। ਥੈਂਕ ਯੂ ਬੇਟਾ।